ਸਿਆਸਤ, ਵਪਾਰ, ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। कोरोना वायरस ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਵਿੱਚ ਇਸ ਵਕਤ ਕਿਹਾ ਜਾਵੇ ਤਾਂ ਅਲਰਟ ਜਾਰੀ ਹੈ, ਲੋਕਡਾਊਨ ਲਗਾਤਾਰ ਜਾਰੀ ਹੈ ਤੇ ਕਰਫਿਊ ਦੀ ਗੱਲ ਕਰੀਏ ਪੰਜਾਬ ਵਿੱਚ ਕਰਫਿਊ ਲਗਾਤਾਰ ਚੱਲ ਰਿਹਾ ਹੈ। ਪਰ ਇਸ ਸਭ ਦੇ ਵਿਚਕਾਰ ਜੋ ਇੱਕ ਮਾਮਲਾ ਆ ਰਿਹਾ ਹੈ ਕਿ ਸੈਂਟਰ ਵੱਲੋਂ ਕੋਈ ਫੰਡ ਪੰਜਾਬ ਨੂੰ ਆਏ ਹੈ ਜਾਂ ਫਿਰ ਫੰਡ ਪੰਜਾਬ ਨੂੰ ਨਹੀਂ ਆਏ। ਇਸ ਗੱਲ ਤੇ ਹਮੇਸ਼ਾ ਹੀ ਗੱਲ ਕੀਤੀ ਜਾਵੇ, ਚਾਹੇ ਗੱਲ ਕੀਤੀ ਜਾਵੇ ਬੀਬੀ ਹਰਸਿਮਰਤ ਕੌਰ ਬਾਦਲ ਦੀ ਜਾਂ ਗੱਲ ਕੀਤੀ ਜਾਵੇ ਕੈਪਟਨ ਅਮਰਿੰਦਰ ਸਿੰਘ ਦੀ, ਇਹ ਲੋਕ ਜੋ ਨੇ ਆਮਣੋ ਸਾਹਮਣੇ ਹੁੰਦੇ ਰਹੇ ਨੇ। ਬੰਟੀ ਰਵਾਣਾ ਸਾਹਿਬ ਸਾਡੇ ਨਾਲ ਮੌਜੂਦ ਨੇ। ਕੋਈ ਸਟੇਟਮੈਂਟ ਦਿੱਤੀ ਹੈ ਪਰਮਿੰਦਰ ਸਿੰਘ ਢੀਂਡਸਾ ਨੇ ਜਿਸ ਵਿੱਚ ਕਿ ਕੁਝ ਗੱਲਾਂ ਕਹੀਆਂ ਨੇ ਵਿਦ ਪ੍ਰੂਫ। ਇੱਥੇ ਬੰਟੀ ਰਵਾਣਾ ਸਾਹਿਬ ਪਹੁੰਚੇ ਹੋਏ ਨੇ। ਰਵਾਣਾ ਸਾਹਿਬ, ਸਭ ਤੋਂ ਪਹਿਲੇ ਜਾਣਨਾ ਚਾਹਾਂਗੇ ਜੋ ਤੁਸੀਂ ਚੀਜ਼ ਲੈ ਕੇ ਹਾਜ਼ਰ ਹੋਏ ਹੋ ਇਸ ਵਿੱਚ ਕੀ ਹੈ ਤੇ ਸਟੇਟਮੈਂਟ ਕੀ ਸੀ? ਦੇਖੋ, ਅੱਜ ਮੈਂ ਇੱਕ ਅਖਬਾਰ ਦੇ ਵਿੱਚ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਦੀ ਸਟੇਟਮੈਂਟ ਪੜ੍ਹੀ ਸੀ ਜਿਹਦੇ 'ਚ ਉਹਨਾਂ ਨੇ ਕੁਝ ਸਵਾਲ ਚੱਕੇ ਸੀ ਕਿ ਕੇਂਦਰ ਦੀ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਕਰੋਨਾ ਵਾਇਰਸ ਦੀ ਲੜਾਈ ਲੜਨ ਵਾਸਤੇ ਕੋਈ ਵਿਸ਼ੇਸ਼ ਫੰਡ ਨਹੀਂ ਦਿੱਤਾ। ਜੋ ਆਇਆ ਉਹ ਸਿਰਫ GST ਦਾ ਜਿਹੜਾ ਡਿਊ ਸੀ ਸਟੇਟ ਦਾ ਉਹ ਆਇਆ। ਤੇ ਇਹ ਵੀ ਗੱਲ ਕਹੀ ਸੀ ਕਿ ਉਹ ਕੋਈ ਖੈਰਾਤ ਨਹੀਂ ਦਿੱਤੀ ਸੈਂਟਰ ਦੀ ਸਰਕਾਰ ਨੇ ਤੇ ਉਹ ਸਾਡਾ ਬਣਦਾ ਹੱਕ ਸੀ। ਮੈਨੂੰ ਇਸ ਗੱਲ ਤੇ ਹੈਰਾਨੀ ਵੀ ਹੋਈ, ਦੁੱਖ ਵੀ ਹੋਇਆ ਕਿ ਪਰਮਿੰਦਰ ਸਿੰਘ ਢੀਂਡਸਾ ਬੜੇ ਪੜ੍ਹੇ ਲਿਖੇ ਨੇ, ਮੇਰੇ ਬੜੇ ਪਰਮ ਮਿੱਤਰ ਨੇ ਤੇ ਬੜਾ ਲੰਮਾ ਸਮਾਂ ਉਹਨਾਂ ਨੇ ਸਟੇਟ ਦੇ ਫਾਈਨੈਂਸ ਮਿਨਿਸਟਰ ਦੀ ਸੇਵਾ ਵੀ ਕੀਤੀ ਹੈ। ਸਭ ਕੁਝ ਜਾਣਦੇ ਹੋਇਆ ਪਿਕਚਰ ਉਹਨਾਂ ਨੂੰ ਬੜੀ ਕਲੀਅਰ ਹੈ। ਪਰ ਇਹ ਸਟੇਟਮੈਂਟ ਕਿਉਂ ਦਿੱਤੀ? ਇਹ ਸਟੇਟਮੈਂਟ ਦੇ ਪਿੱਛੇ ਮੰਤਵ ਕੀ ਹੈ? ਇਹ ਸਟੇਟਮੈਂਟ ਦੇ ਪਿੱਛੇ ਜੋ ਬੋਲੀ ਹੈ ਉਹ ਕਾਂਗਰਸ ਦੀ ਬੋਲੀ ਹੈ। ਪਹਿਲਾਂ ਤਾਂ ਮੈਂ ਜੋ ਉਹਨਾਂ ਨੇ ਸਵਾਲ ਚੱਕੇ ਹੈ ਉਹਦਾ ਜਵਾਬ ਜ਼ਰੂਰ ਦੇਣਾ ਚਾਹੂੰਗਾ। ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਕਿ ਕਾਂਗਰਸ NDA ਦੀ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ, ਜਿਹਦੇ 'ਚ ਬੀਬਾ ਹਰਸਿਮਰਤ ਕੌਰ ਬਾਦਲ ਇੱਕ ਕੈਬਨਿਟ ਮਿਨਿਸਟਰ ਵੱਲੋਂ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਹੈ, ਕਿ ਉਹਨਾਂ ਨੇ ਪੰਜਾਬ ਨੂੰ ਇਸ ਲੜਾਈ ਵਾਸਤੇ ਕੁਝ ਨਹੀਂ ਦਿੱਤਾ। ਪਤਾ ਪਰਮਿੰਦਰ ਜੀ ਨੂੰ ਪੂਰਾ ਹੈ, ਪਰ ਫਿਰ ਵੀ ਮੈਂ ਦਰਸ਼ਕਾਂ ਨੂੰ ਦੱਸਣੀ ਚਾਹੁੰਦਾ, ਮੈਂ ਕੁਝ ਕਾਗਜ਼ ਅੱਜ ਕੇਂਦਰ ਦੀ ਸਰਕਾਰ ਦੇ ਜਿਹੜੇ ਓਫੀਸ਼ੀਅਲ ਡਾਕੂਮੈਂਟ ਹੈ ਇਹ ਮੈਂ ਲੈ ਕੇ ਆਇਆ, ਜਿਹਦੇ 'ਚ ਮੈਂ ਪੜ੍ਹ ਕੇ ਤੁਹਾਨੂੰ ਦੱਸ ਦਿੰਦਾ ਕਿ ਕੀ ਕੁਛ ਆਇਆ ਤੇ ਫਿਰ ਮੈਂ ਇਹ ਦੱਸੂਗਾ ਤੁਹਾਨੂੰ ਕਿ ਇਹ ਸਟੇਟਮੈਂਟ ਦੇ ਪਿੱਛੇ ਕਾਰਨ ਕੀ ਸੀ। ਆ ਜਿਹੜਾ ਡਾਕੂਮੈਂਟ ਹੈ, ਪ੍ਰਿੰਸੀਪਲ ਅਕਾਊਂਟਸ ਆਫਿਸਰ, ਮਿਨਿਸਟਰੀ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ, ਨਿਰਮਾਣ ਭਵਨ, ਨਵੀਂ ਦਿੱਲੀ, ਇਹ ਡਾਕੂਮੈਂਟ ਉਹਨਾਂ ਦਾ, ਜਿਹਦੇ 'ਚ ਸਬਜੈਕਟ ਕੀ ਹੈ? Release of grant in aid for COVID-19 emergency response and health system preparedness package under NRHM, National Rural Health Mission। ਉਹਦੇ ਵਿੱਚ ਜਿਹੜਾ ਗ੍ਰਾਂਟ ਇਨ ਏਡ ਆਈ ਹੈ, ਸਭ ਤੋਂ ਵੱਡਾ ਲਫ਼ਜ਼ ਇਹਦੇ 'ਚ ਗ੍ਰਾਂਟ ਇਨ ਏਡ ਹੈ। ਜਿਹੜੀ ਗ੍ਰਾਂਟ ਇਨ ਏਡ ਸਟੇਟ ਨੂੰ ਚਲੀ ਜਾਂਦੀ ਉਹ ਵਾਪਸ ਨਹੀਂ ਕਰਨੀ ਹੁੰਦੀ। ਉਹਦੇ 'ਚ ਉਹਨਾਂ ਨੇ ਲਿਖਿਆ, I am directed to convey the sanction of the President of India to the payment of 71 ਕਰੋੜ 87 ਲੱਖ ਰੁਪਈਆ to the state of Punjab towards grant in aid for COVID-19 emergency response health system preparedness package under NRHM। ਕੇਂਦਰ ਦੀ ਸਰਕਾਰ ਤੇ ਸਪੈਸ਼ਲ ਸੈਂਕਸ਼ਨ ਰਾਸ਼ਟਰਪਤੀ ਤੋਂ ਲੈ ਕੇ ਇਹ ਤਕਰੀਬਨ 72 ਕਰੋੜ ਰੁਪਈਆ ਆਇਆ ਤੇ ਇਹਦੇ 'ਚ ਇੱਕ ਵਿਸ਼ੇਸ਼ ਜਿਹੜੀ ਲਾਈਨ ਹੈ, this package is 100% centrally funded, no state share is applicable। ਸਟੇਟ ਨੂੰ ਰੁਪਈਆ ਵੀ ਪਾਉਣ ਦੀ ਲੋੜ ਨਹੀਂ, ਅਦਰਵਾਈਜ਼ ਹਰ ਸਕੀਮ ਦੇ ਵਿੱਚ ਸਟੇਟ ਹਿੱਸਾ ਪਾਉਂਦੀ ਹੈ। ਸੋ ਇਹ ਕੇਵਲ ਤੇ ਕੇਵਲ ਸੈਂਟਰ ਨੇ ਇਹ 72 ਕਰੋੜ ਰੁਪਈਆ ਦਿੱਤਾ। ਰਮਣਾ ਸਾਹਿਬ, ਰਾਜਨੀਤੀ ਕਰਨ ਨੂੰ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ, ਪਰ ਜਿੱਥੇ ਫੰਡ ਆਏ ਨੇ, ਫੰਡ ਦਾ ਰੌਲਾ ਪੈਂਦਾ ਹੈ। ਹਰ ਵਾਰ ਇਹੀ ਗੱਲ ਆਉਂਦੀ ਹੈ ਕਿ ਪੰਜਾਬ ਨੂੰ ਕੇਂਦਰ ਸਰਕਾਰ ਕੁਝ ਨਹੀਂ ਦੇ ਰਹੀ, ਪਰ ਜੋ ਓਫੀਸ਼ੀਅਲ ਡਾਕੂਮੈਂਟ ਹੁਣ ਤੁਸੀਂ ਲੈ ਕੇ ਆਏ ਹੋ, ਤਾਂ ਇਸ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੂੰ ਕੀ ਲੋੜ ਪੈ ਗਈ ਸੀ ਇਹੋ ਜਿਹਾ ਬਿਆਨ ਦੇਣ ਦੀ, ਜਦੋਂ ਤੁਸੀਂ ਕਹਿ ਰਹੇ ਹੋ ਸਭ ਕੁਝ ਉਹਨਾਂ ਨੂੰ ਪਤਾ ਸੀਗਾ? ਦੇਖੋ, ਮੈਂ ਇਹਦੇ 'ਚ ਬੈਕਗਰਾਊਂਡ 'ਚ ਥੋੜ੍ਹਾ ਜਿਹਾ ਤੁਹਾਨੂੰ ਲੈ ਕੇ ਜਾਣਾ ਚਾਹੂੰਗਾ। ਇਤਿਹਾਸ ਗਵਾਹ ਹੈ ਕਿ ਹਮੇਸ਼ਾ ਕਾਂਗਰਸ ਦੀ ਇਤਿਹਾਸ 'ਚ ਹਮੇਸ਼ਾ ਕੋਸ਼ਿਸ਼ ਰਹੀ ਹੈ ਅਕਾਲੀ ਦਲ ਨੂੰ ਕਮਜ਼ੋਰ ਕਰਨਾ। ਉਹਨਾਂ ਨੇ ਅਕਾਲੀ ਦਲ ਦੇ ਵਿੱਚੋਂ ਹੀ ਬੰਦੇ ਪੱਟ ਕੇ ਤੇ ਪਾਰਟੀ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਹਮੇਸ਼ਾ। ਪਰ ਇਤਿਹਾਸ ਇਸ ਗੱਲ ਦਾ ਵੀ ਗਵਾਹ ਹੈ ਕਿ ਕਦੇ ਅਕਾਲੀ ਦਲ ਇਹਨਾਂ ਚਾਲਾਂ ਦੇ ਨਾਲ ਕਮਜ਼ੋਰ ਨਹੀਂ ਹੋਇਆ, ਬਲਕਿ ਤਕੜੇ ਹੋ ਕੇ ਨਿਕਲੇ। ਤੁਸੀਂ ਇਸ ਕੜੀ ਦੇ ਵਿੱਚ ਵੀ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੇ ਕੁਝ ਬੰਦੇ ਪੱਟੇ। ਹੁਣ ਤੁਸੀਂ ਦੇਖੋ, ਪਿਛਲੇ ਦਿਨੀ ਆਲ ਪਾਰਟੀ ਮੀਟਿੰਗ ਹੋਈ ਹੈ, ਮੁੱਖ ਮੰਤਰੀ ਸਾਹਿਬ ਨੇ ਸੱਦੀ ਹੈ, ਪ੍ਰਧਾਨ ਮੰਤਰੀ ਜੀ ਵੀ ਕਰਦੇ ਆ, ਪਰ ਜਿਹੜੀ ਮੁੱਖ ਮੰਤਰੀ ਸਾਹਿਬ ਦੀ ਆਲ ਪਾਰਟੀ ਮੀਟਿੰਗ ਸੀ ਉਹਦੇ 'ਚ ਰਜਿਸਟਰਡ ਪਾਰਟੀਜ਼ ਦੇ ਨੁਮਾਇੰਦੇ ਜਾਂ ਪ੍ਰਧਾਨ ਉਹਨਾਂ ਦੇ ਉਹਦੇ ਵਿੱਚ ਇਨਵਾਈਟਡ ਸੀ। ਮੈਂ ਇੱਕ ਸਵਾਲ ਉਹਦੇ 'ਚ, ਤੁਸੀਂ ਸਾਰਿਆਂ ਨੇ ਦੇਖਿਆ, ਸਵਾਲ ਸਾਰਿਆਂ ਦੇ ਮਨਾਂ 'ਚ ਹੈ ਕਿ ਉਹਦੇ 'ਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਬੜੇ ਸਤਿਕਾਰਯੋਗ ਹੈ, ਪਰ ਉਹ ਕਿਸ ਕਪੈਸਿਟੀ ਦੇ ਵਿੱਚ ਸੀ? ਕੀ ਉਹ ਕਿਸੇ ਪਾਰਟੀ ਦੇ ਪ੍ਰਧਾਨ ਨੇ?
ਉਹ ਤਾਂ ਰਜਿਸਟਰਡ ਤਾਂ ਚਲੋ ਛੱਡੋ, ਅਨਰਜਿਸਟਰਡ ਪਾਰਟੀ ਦੇ ਵੀ ਪ੍ਰਧਾਨ ਨਹੀਂ ਹੈ। ਉੱਥੇ ਜਿਹੜੀਆਂ ਪਾਰਟੀਆਂ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਨੁਮਾਇੰਦਗੀ ਕਰਦੀਆਂ, ਸਾਡੇ ਵਖਰੇਵੇਂ ਹੋ ਸਕਦੇ ਆ, ਸਾਡੇ ਡਿਫਰੈਂਸ ਆਫ ਓਪੀਨੀਅਨ ਹੋ ਸਕਦੇ ਆ, ਮਤਭੇਦ ਹੋ ਸਕਦੇ ਆ। ਬੈਂਸ ਭਰਾ ਹੈ, ਦੋਵੇਂ ਜਾਣੇ ਐਮਐਲਏ, ਉਹਨਾਂ ਦੀ ਪਾਰਟੀ ਹੈ, ਉਹ ਨਹੀਂ ਬੁਲਾਏ ਗਏ। ਖਹਿਰਾ ਸਾਹਿਬ ਹੋਰੀ ਨਹੀਂ ਬੁਲਾਏ ਗਏ। ਤੁਸੀਂ ਮੈਨੂੰ ਦੱਸੋ ਇਹ ਢੀਂਡਸਾ ਸਾਹਿਬ ਨੂੰ ਬੁਲਾਉਣ ਦਾ ਕਾਰਨ ਕੀ ਸੀ? ਕਾਰਨ ਇਹ ਸੀ ਕਿ ਸਰਕਾਰ ਦੀ ਬੋਲੀ ਬੋਲਣੀ ਸੀ ਉੱਥੇ। ਉਹਨਾਂ ਨੇ ਕੈਪਟਨ ਸਾਹਿਬ ਦੀ ਪਿੱਠ ਥਪਥਪਾਉਣੀ ਸੀ, ਕੈਪਟਨ ਸਾਹਿਬ ਦੀ ਤਾਰੀਫ ਕਰਨੀ ਸੀ। ਜਿਹੜੇ ਬਾਕੀ ਸੀ ਉੱਥੇ ਉਹ ਸ਼ਾਇਦ ਸੱਚ ਗੱਲ ਕਰਦੇ, ਉਹ ਇਹਨਾਂ ਗੱਲਾਂ ਤੇ ਨਹੀਂ ਆਉਣਾ ਸੀ, ਸੋ ਇਸ ਕਰਕੇ ਉਹਨਾਂ ਨੂੰ ਬੁਲਾਇਆ ਗਿਆ। ਚਲੋ ਇਹ ਤਾਂ ਉਹ ਗੱਲ ਹੋਈ। ਉਹ ਉਦੋਂ ਢੀਂਡਸਾ ਸਾਹਿਬ ਨੂੰ ਸੱਦਿਆ ਗਿਆ। ਅੱਜ ਪਰਮਿੰਦਰ ਜੀ ਤੋਂ ਇਹ ਸਟੇਟਮੈਂਟ ਦਵਾਈ ਗਈ। ਮੈਨੂੰ ਬੜਾ ਦੁੱਖ ਆਉਂਦਾ ਹੈ ਕਿਉਂਕਿ ਪਰਮਿੰਦਰ ਸਾਡਾ ਬੜਾ ਪਰਮ ਮਿੱਤਰ ਹੈ, ਪਰ ਇਹੋ ਜਿਹੀਆਂ ਸਟੇਟਮੈਂਟਾਂ ਸਭ ਕੁਝ ਜਾਣਦੇ ਹੋਏ, ਆਹ ਕਾਗਜ਼ ਹੈ ਮੇਰੇ ਕੋਲ, ਬੈਨੀਫਿਸ਼ਰੀਜ਼ ਆਫ ਸੈਂਟਰਲ ਗਵਰਨਮੈਂਟ ਸਕੀਮਸ ਇਨ ਪੰਜਾਬ, ਸੋਸ਼ਲ ਵੈਲਫੇਅਰ ਸਕੀਮਸ। ਇਹ ਜਿਹੜਾ ਇਸ ਸਮੇਂ ਦੇ ਵਿੱਚ ਕੋਵਿਡ-19 ਦੀ ਜਿਹੜੀ ਆਊਟਬ੍ਰੇਕ ਹੋਈ ਹੈ, ਉਦੋਂ ਬਾਅਦ ਜਿਹੜਾ ਕੁਛ ਆਇਆ, 3 ਮਹੀਨਿਆਂ ਦਾ ਰਾਸ਼ਨ ਕੇਂਦਰ ਦੀ ਸਰਕਾਰ ਨੇ ਫ੍ਰੀ ਟੀਪੂਆਂ ਤੇ ਭੇਜਿਆ 1 ਕਰੋੜ 41 ਲੱਖ ਬੰਦੇ ਵਾਸਤੇ। ਪੰਜਾਬ ਦੀ ਕੁੱਲ ਪੋਪੂਲੇਸ਼ਨ ਤਕਰੀਬਨ 2.25 ਕਰੋੜ ਹੈ। ਸੋ ਅੱਧੀ ਪੋਪੂਲੇਸ਼ਨ ਤੋਂ ਉੱਪਰ ਜਿਹੜਾ ਹੈ, ਕੇਂਦਰ ਦੀ ਸਰਕਾਰ 3 ਮਹੀਨਿਆਂ ਦਾ ਰਾਸ਼ਨ, ਜਿਹਦੇ 'ਚ 15 ਕਿਲੋ ਕਣਕ ਪਰ ਪਰਸਨ ਤੇ 3 ਕਿਲੋ ਦਾਲ ਇੱਕ ਕਾਰਡ ਤੇ ਕੇਂਦਰ ਦੀ ਸਰਕਾਰ ਮੁਹੱਈਆ ਕਰਾ ਰਹੀ ਹੈ। ਇਹ ਜਿਹੜਾ ਉਹਨਾਂ ਨੂੰ ਫੂਡ ਅਸਿਸਟੈਂਸ ਪ੍ਰੋਗਰਾਮ ਦੇ ਵਿੱਚ ਆਉਂਦਾ ਸੀ ਪਹਿਲਾਂ, ਉਹਦੇ ਤੋਂ ਇਲਾਵਾ ਉਹਦੇ ਐਡੀਸ਼ਨ 'ਚ ਹੈ ਇਹ। ਦੂਜੀ ਗੱਲ, 247.5 ਕਰੋੜ ਰੁਪਈਆ ਸਟੇਟ ਡਿਜ਼ਾਸਟਰ ਰਿਲੀਫ ਫੰਡ ਦੇ ਵਿੱਚ ਆਇਆ। ਸਭ ਤੋਂ ਵੱਡਾ ਸਵਾਲ ਇਹਦੇ ਤੇ ਕਰਨਾ ਚਾਹੁੰਦਾ ਮੈਂ, ਸਟੇਟ ਡਿਜ਼ਾਸਟਰ ਰਿਲੀਫ ਫੰਡ 'ਚ 247 ਕਰੋੜ ਰੁਪਈਆ ਆ ਗਿਆ ਜੀ। ਮੈਂ ਕੱਲ ਟਵਿੱਟਰ ਤੇ ਇਹਨਾਂ ਦੇ ਆਪਦੇ ਅਫਸਰ ਨੇ, ਜਿਹੜੇ ਨੋਡਲ ਅਫਸਰ ਹੈ ਇਸ ਫਾਈਟ 'ਚ, KBS ਸਿੱਧੂ ਜੀ, ਉਹਨਾਂ ਨੇ ਪਾਇਆ ਹੋਇਆ ਸੀ। ਮੈਂ ਉਹਦੇ 'ਚ ਦੇਖ ਰਿਹਾ ਸੀ, ਤੁਸੀਂ ਵੀ ਦੇਖ ਸਕਦੇ ਹੋ, ਮੈਂ ਤੁਹਾਨੂੰ ਹੁਣ ਦਿਖਾ ਵੀ ਦੇਵਾਂਗਾ। ਸਟੇਟ ਡਿਜ਼ਾਸਟਰ ਰਿਲੀਫ ਫੰਡ ਦਾ ਡਾਟਾ ਸੀ ਉਹਦੇ 'ਚ ਕਿ 37 ਕਰੋੜ ਸ਼ਾਇਦ 46 ਲੱਖ ਕੇ ਕੁਛ ਲੱਖ ਰੁਪਈਆ ਹੁਣ ਤੱਕ ਸਟੇਟ ਡਿਜ਼ਾਸਟਰ ਰਿਲੀਫ ਫੰਡ ਦੇ ਵਿੱਚੋਂ ਜ਼ਿਲ੍ਹਿਆਂ ਨੂੰ ਰਿਲੀਜ਼ ਕੀਤਾ ਗਿਆ। 247 ਕਰੋੜ ਚੋਂ 37 ਕਰੋੜ, ਤੇ ਉਹਦਾ ਵੀ ਅੱਗੇ 37 ਕਰੋੜ ਚੋਂ ਕੇਵਲ 37% ਪੈਸਾ ਉਹ ਯੂਟੀਲਾਈਜ਼ ਹੋਇਆ, ਬਾਕੀ ਹਜੇ ਅਨਯੂਟੀਲਾਈਜ਼ਡ ਪਿਆ। ਤੁਸੀਂ ਮੈਨੂੰ ਇੱਕ ਮੇਰੀ ਗੱਲ ਕੰਪਲੀਟ। ਰੌਲਾ ਅਸੀਂ ਰੋਜ਼ ਪਾ ਲੈਂਦੇ ਕਿ ਕੇਂਦਰ ਸਾਨੂੰ ਦੇ ਨਹੀਂ ਰਿਹਾ। ਜਿਹੜਾ ਕੁਝ ਦਿੱਤਾ ਪਹਿਲਾਂ ਉਹ ਤਾਂ ਖਰਚ ਲਓ। ਇੰਨੇ ਪੈਸੇ ਆ ਗਏ, ਹੋਰ ਬੜਾ ਇਹਦੇ 'ਚ ਤੁਸੀਂ ਇਹ ਦੇਖੋ, 18,22,000 ਕਿਸਾਨ ਨੂੰ 2-2 ਹਜ਼ਾਰ ਰੁਪਈਆ ਆਇਆ, ਜਿਹੜਾ 364 ਕਰੋੜ ਰੁਪਈਆ ਬਣਦਾ। 33 ਲੱਖ ਬੈਨੀਫਿਸ਼ਰੀ ਹੈ ਜਨ ਧਨ ਯੋਜਨਾ ਦਾ, ਜਿਨ੍ਹਾਂ ਨੂੰ 500 ਰੁਪਈਆ ਆਇਆ। 165 ਕਰੋੜ ਰੁਪਈਆ ਇਹ ਬਣ ਗਿਆ। ਉਜਵਲਾ ਸਕੀਮ 'ਚ 3,21,000 ਪਰਿਵਾਰਾਂ ਨੂੰ ਸਿਲੰਡਰ ਆਏ ਹੈ। ਇਹ ਸੈਂਟਰ ਦੀ ਸਕੀਮਾਂ ਨਹੀਂ ਹੈ, ਇਹ GST ਦਾ ਹਿੱਸਾ ਹੈ। ਮੈਂ ਹੈਰਾਨ ਹੈ ਪਰਮਿੰਦਰ ਜੀ ਸਭ ਕੁਝ ਜਾਣਦੇ ਹੋਏ ਇਹ ਗੱਲਾਂ ਕਰਦੇ ਆ। ਇਹ ਤਾਂ ਨਹੀਂ ਲੱਗਦਾ ਕਿਤੇ ਵੀ ਸਿਰਫ ਆਪਦੇ ਅਸਤਿਤਵ ਦੀ ਲੜਾਈ ਜਿਹੜੀ ਹੁੰਦੀ ਹੈ ਉਹਨੂੰ ਸਾਹਮਣੇ ਲੈਣਾ ਕਿ ਹਾਂ ਅਸੀਂ ਹੈਗੇ ਆ, ਇਹੋ ਜਿਹੇ ਊਟ ਪਟਾਂਗੇ ਬਿਆਨ ਦੇ ਨੇ, ਜਦੋਂ ਕਿ ਤੁਸੀਂ ਕਾਗਜ਼ੀ ਪੱਤਰੀ ਸਾਰਾ ਕੁਝ ਕਰ ਰਹੇ ਹੋ, ਸਭ ਕੁਝ ਸਭ ਦੇ ਸਾਹਮਣੇ। ਦੇਖੋ, ਇੱਕ ਤਾਂ ਬੰਦੇ ਨੂੰ ਆਪਦਾ ਇੱਕ ਨਾ ਅੰਗਰੇਜ਼ੀ ਦਾ ਲਫ਼ਜ਼ ਹੈ ਐਗਜ਼ਿਸਟੈਂਸ ਕ੍ਰਾਈਸਿਸ, ਕਿ ਮੇਰੀ ਹੋਂਦ ਨਾ ਕਿਤੇ ਖਤਮ ਹੋ ਜੇ। ਐਗਜ਼ਿਸਟੈਂਸ ਕ੍ਰਾਈਸਿਸ ਹੋ ਜਾਂਦਾ ਕਿ ਮੈਂ ਬਿਆਨ ਕੁਛ ਨਾ ਕੁਛ ਦੇਵਾਂ। ਦੂਜਾ, ਸਰਕਾਰ ਨੂੰ ਖੁਸ਼ ਕਰਨ ਵਾਸਤੇ। ਇਹ ਦੋ ਕਾਰਨ ਹੈ, ਕਿਉਂਕਿ ਬੋਲੀ ਕਾਂਗਰਸ ਦੀ ਹੈ, ਇਹ ਪਰਮਿੰਦਰ ਸਿੰਘ ਢੀਂਡਸਾ ਦੀ ਬੋਲੀ ਨਹੀਂ। ਮੈਂ ਤਾਂ ਇਹ ਵੀ ਨਹੀਂ, ਮੈਂ ਸ਼ੋਰ ਹੈ ਕਿ ਇਹ ਸ਼ਾਇਦ ਬਣਿਆ ਬਣਾਇਆ ਬਿਆਨ ਇਹਨਾਂ ਨੂੰ ਦਿੱਤਾ ਹੋਵੇ ਤੇ ਇਹਨਾਂ ਨੇ ਜਾਰੀ ਕੀਤਾ ਹੋਵੇ ਅੱਗੇ। ਇਹ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਦੇ ਵਿੱਚ ਵੀ ਇਹ ਲੋਕ ਸਿਆਸਤ ਨਹੀਂ ਛੱਡ ਰਹੇ। ਸਰ, ਮੇਰਾ ਆਖਰੀ ਸਵਾਲ ਹੈ, ਇੰਨਾ ਪੈਸਾ ਸੈਂਟਰ ਗਵਰਨਮੈਂਟ ਨੇ, ਤੁਸੀਂ ਕਹਿ ਰਹੇ ਹੋ ਕਿ ਆਇਆ ਹੈ, ਪਰ ਲੋਕਾਂ ਦਾ ਹਾਲ ਅਸੀਂ ਗਰਾਊਂਡ ਜ਼ੀਰੋ ਤੇ ਜਾ ਕੇ ਦੇਖਿਆ ਹੈ। ਲੋਕ ਖਾਣੇ ਲਈ ਅੱਜ ਵੀ ਤਰਸ ਰਹੇ ਨੇ। ਲੋਕ, ਮਹਿਲਾਵਾਂ ਜੋ ਨੇ ਬਾਹਰ ਨਿਕਲ ਆਈਆਂ ਸੀਗੀਆਂ ਗਲੀਆਂ 'ਚ ਕਿ ਉਹਨਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ। ਪ੍ਰਸ਼ਾਸਨ ਨੂੰ ਫੋਨ ਕਰਦੇ ਨੇ ਤਾਂ ਕੋਈ ਸਪਸ਼ਟ ਉਹਨਾਂ ਨੂੰ ਸਹੀ ਜਵਾਬ ਨਹੀਂ ਮਿਲਦਾ ਕਿ ਤੁਹਾਨੂੰ ਰਾਸ਼ਨ ਮਿਲੂਗਾ, ਕਦੋਂ ਮਿਲੂਗਾ। ਡਿਪੂਆਂ ਦੀ ਗੱਲ ਕੀਤੀ ਜਾਏ, ਡਿਪੂਆਂ 'ਤੇ ਰਾਸ਼ਨ ਆਇਆ, ਪਰ ਜਿਹੜੇ ਲੋਕ ਹੁਣ ਉਹਨਾਂ ਕਾਰਡ ਉਹਨਾਂ ਕੋਲ ਨਹੀਂ ਨੇ, ਹੋ ਜੇ ਉਹ ਲੋਕ ਕਿੱਥੇ ਜਾਣਗੇ? ਉਹ ਲੋਕ ਭੁੱਖੇ ਮਰਨਗੇ। ਦੇਖੋ, ਇਹੀ ਦੁਖਾਂਤ ਹੈ। ਮੈਂ ਤਾਂ ਤੁਹਾਡੇ ਕੋਲੇ ਕਾਗਜ਼ਾਂ ਨਾਲ ਗੱਲ ਕੀਤੀ ਹੈ, ਮੈਂ ਆਪਦੇ ਕੋਲੋਂ ਤਾਂ ਕੋਈ ਗੱਲ ਬਣਾਈ ਨਹੀਂ। ਮੈਂ ਤੁਹਾਡੀ ਰਿਪੋਰਟ ਦੇਖੀ ਸੀ ਕੱਲ ਪਰਸੋਂ, ਮੈਂ ਤੁਹਾਨੂੰ ਵਧਾਈ ਵੀ ਦਿੱਤੀ ਸੀ ਕਿ ਐਡੀ ਸੋਹਣੀ ਤੁਸੀਂ ਗਰੀਬਾਂ ਦੀ ਆਵਾਜ਼ ਜਿਹੜੀ ਹੈ ਆਪਦੇ ਚੈਨਲ ਰਾਹੀਂ, ਆਪਦੇ ਕਲਮ, ਆਪਦੇ ਕੈਮਰੇ ਰਾਹੀਂ ਤੁਸੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਸਰਕਾਰ ਤਾਈਂ। ਆਹ ਤੁਹਾਡੇ ਸਾਹਮਣੇ ਆਹ ਕੁਛ ਹੈਗਾ, ਤੇ ਜੇ ਲੋਕਾਂ ਤਾਈਂ ਨਹੀਂ ਪਹੁੰਚ ਰਿਹਾ, ਫਿਰ ਕਮੀ ਕਿੱਥੇ ਹੈ? ਕਮੀ ਸਰਕਾਰ ਦੇ ਵਿੱਚ ਹੈ। ਕਿਉਂ ਇੱਥੇ ਪ੍ਰੋਬਲਮ ਕਿਉਂ ਆ ਰਹੀ ਹੈ? ਕਿ ਰਾਸ਼ਨ ਵੰਡ ਪ੍ਰਣਾਲੀ ਦਾ ਸਿਆਸੀਕਰਨ ਕੀਤਾ ਗਿਆ। ਗਰੀਬ ਦੇ ਢਿੱਡ ਦਾ ਰੰਗ ਪਰਖਿਆ ਗਿਆ ਕਿ ਜੇ ਅਕਾਲੀ ਦਲ ਹੈ ਤਾਂ ਇਹਨੂੰ ਰਾਸ਼ਨ ਨਹੀਂ ਮਿਲੂਗਾ। ਕਾਂਗਰਸ ਦੇ ਜਿਹੜੇ ਰੱਜੇ ਪੁੱਜੇ ਵੀ ਹੈ, ਰਾਸ਼ਨ ਉਹਨਾਂ ਦੇ ਘਰਾਂ 'ਚ ਵੀ, ਤੁਸੀਂ ਅੱਜ ਜਾ ਕੇ ਦੇਖ ਲਓ ਇਹਨਾਂ ਦੇ MCਆਂ ਦੇ ਘਰਾਂ 'ਚ ਬੋਰੀਆਂ ਪਈਆਂ। ਇਹ ਦੁੱਖ ਦੀ ਗੱਲ ਹੈ। ਇਸ ਲੜਾਈ ਦੇ ਵਿੱਚ
ਇੱਥੇ ਹਰ ਮਨੁੱਖ ਸੀ, ਇੱਥੇ ਕੋਈ ਪਾਰਟੀ ਨਹੀਂ, ਕੋਈ ਜਾਤ ਪਾਤ ਨਹੀਂ। ਜਦੋਂ ਇਹ ਬਿਮਾਰੀ ਫਰਕ ਨਹੀਂ ਕਰ ਰਹੀ, ਅਮੀਰ ਗਰੀਬ 'ਚ ਨਹੀਂ ਫਰਕ ਕਰ ਰਹੀ, ਜਾਤ ਪਾਤ 'ਚ ਨਹੀਂ ਫਰਕ ਕਰ ਰਹੀ, ਕੋਈ ਪਾਰਟੀ 'ਚ ਨਹੀਂ ਫਰਕ ਕਰ ਰਹੀ, ਕੋਈ ਦੇਸ਼ 'ਚ ਨਹੀਂ ਫਰਕ ਕਰ ਰਹੀ, ਫਿਰ ਆਪਾਂ ਕਿਉਂ ਕਰ ਰਹੇ? ਇਹ ਸਮਾਂ ਸੀ ਇਕੱਠੇ ਹੋ ਕੇ ਲੜਾਈ ਲੜਨ ਦਾ। ਮੈਂ ਅੱਜ ਵੀ ਬੇਨਤੀ ਕਰਦਾ, ਇਕੱਠੇ ਹੋ ਕੇ ਇਹ ਲੜਾਈ ਲੜ ਲਈਏ, ਇਸ ਲੜਾਈ ਤੇ ਫਤਿਹ ਹਾਸਲ ਕਰੀਏ। ਜਾਨ ਹੈ ਤਾਂ ਜਹਾਨ ਹੈ। ਕੋਈ ਨਹੀਂ, ਸਿਆਸਤ ਇਸ ਤੋਂ ਬਾਅਦ ਬਹੁਤ ਸਮਾਂ ਪਿਆ, ਫੇਰ ਕਰ ਲਾਂਗੇ। ਇਲੈਕਸ਼ਨ ਆਊਗੀ, ਉੱਥੇ ਅਮਲਾਂ ਦੇ ਨਿਬੇੜੇ ਵੀ ਹੋ ਜਾਣਗੇ ਤੇ ਹਰ ਚੀਜ਼ ਦਾ ਜਵਾਬ ਵੀ ਦੇਣਾ ਪਊਗਾ। ਥੈਂਕ ਯੂ ਵੈਰੀ ਮਚ। ਤਾਂ ਸਾਡੇ ਨਾਲ ਬੰਟੀ ਰੋਵਾਣਾ ਸਾਹਿਬ ਮੌਜੂਦ ਸੀਗੇ। ਗੱਲ ਉਹੀ ਸਾਹਮਣੇ ਆ ਰਹੀ ਸੀਗਾ ਕਿ ਕੇਂਦਰ ਤੋਂ ਫੰਡ ਨਹੀਂ ਆਏ, ਇਹ ਆਰੋਪ ਜੋ ਨੇ ਲਗਾਤਾਰ ਲਗਾਏ ਜਾ ਰਹੇ ਸੀਗੇ। ਪਰ ਜੋ ਡਾਕੂਮੈਂਟਸ ਪੇਸ਼ ਕੀਤੇ ਗਏ ਨੇ ਬੰਟੀ ਰੋਵਾਣਾ ਸਾਹਿਬ ਵੱਲੋਂ, ਸੈਂਟਰ ਗਵਰਨਮੈਂਟ ਦੇ ਡਾਕੂਮੈਂਟਸ ਨੇ ਜਿਨ੍ਹਾਂ ਵਿੱਚ ਕਿ ਕਾਫੀ ਪੈਸਾ, ਕਰੋੜਾਂ ਰੁਪਈਆ ਪੰਜਾਬ ਨੂੰ ਆਇਆ ਹੈ। ਤਾਂ ਦੂਜੀ ਗੱਲ ਕੀਤੀ ਜਾਵੇ ਪਰਮਿੰਦਰ ਸਿੰਘ ਢੀਂਡਸਾ ਦੀ, ਉਹਨਾਂ ਵੱਲੋਂ ਜੋ ਇੱਕ ਬਿਆਨ ਦਿੱਤਾ ਗਿਆ ਸੀਗਾ, ਕੱਲ੍ਹ ਦੀ ਗੱਲ ਕੀਤੀ ਜਾਵੇ ਕਿ ਉਸ ਵਿੱਚ ਕਿਹਾ ਗਿਆ ਸੀਗਾ ਕਿ ਪੰਜਾਬ ਨੂੰ ਜੋ ਨੇ ਫੰਡਸ ਜਾਰੀ ਨਹੀਂ ਹੋਏ। ਤਾਂ ਸਾਰੇ ਜੋ ਸਵਾਲਾਂ ਦੇ ਜਵਾਬ ਨੇ ਬੰਟੀ ਰੋਵਾਣਾ ਜੀ ਨੇ ਦਿੱਤੇ ਨੇ, ਪਰ ਗੱਲ ਉਹੀ ਆ ਜਾਂਦੀ ਹੈ ਕਿ ਰਾਜਨੀਤੀ ਕਰਨ ਲਈ ਮੁੱਦੇ ਜੋ ਨੇ ਬਹੁਤ ਹੁੰਦੇ ਨੇ, ਪਰ ਜਦੋਂ ਆਪਦਾ ਦੀ ਗੱਲ ਆਉਂਦੀ ਹੈ, ਕੋਈ ਇਹੋ ਜਿਹੀ ਕੜੀ ਆਉਂਦੀ ਹੈ, ਤਾਂ ਸਾਰੇ ਮਤਭੇਦ ਭੁਲਾ ਕੇ ਸਿਰਫ ਇਨਸਾਨੀਅਤ ਦੀ ਗੱਲ ਕੀਤੀ ਜਾਂਦੀ ਹੈ। ਅਤੇ ਅਜਿਹੇ ਵਿੱਚ ਵੀ ਜੇਕਰ ਰਾਜਨੀਤੀ ਕੀਤੀ ਜਾਵੇ ਤਾਂ ਬੇਹੱਦ ਸ਼ਰਮਨਾਕ ਗੱਲ ਹੁੰਦੀ ਹੈ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ।